ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ ਤੇ ਤੁਹਾਡਾ ਸਾਰਿਆਂ ਦਾ ਇਸ ਖਾਸ ਪੇਸ਼ਕਸ਼ ਦੇ ਵਿੱਚ ਸਵਾਗਤ ਹੈ। ਅੱਜ ਕੱਲ੍ਹ ਬਾਤ ਕਰਾਂਗੇ ਵੈਕਸੀਨੇਸ਼ਨ ਪਾਸਪੋਰਟ ਦੇ ਬਾਰੇ। ਵੈਕਸੀਨੇਸ਼ਨ ਪਾਸਪੋਰਟ ਦੇ ਬਾਰੇ ਹੋਰ ਤਫਸੀਲ ਦੇ ਨਾਲ ਜਾਣਕਾਰੀ ਸਾਂਝੀ ਕਰ ਦਿੱਤੀ ਗਈ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਕਿ ਉਹਨਾਂ ਨੂੰ ਪੂਰਾ ਯਕੀਨ ਹੈ ਕਿ ਦੁਨੀਆ ਭਰ ਦੇ ਵਿੱਚ ਕੈਨੇਡਾ ਦੇ ਵੈਕਸੀਨੇਸ਼ਨ ਪ੍ਰੂਫ ਨੂੰ ਸਵੀਕਾਰ ਕੀਤਾ ਜਾਵੇਗਾ। ਫੈਡਰਲ ਸਰਕਾਰ ਨੇ ਕਿਹਾ ਹੈ ਕਿ ਅੰਤਰਰਾਸ਼ਟਰੀ ਸਫ਼ਰ ਦੇ ਦੌਰਾਨ ਕੈਨੇਡੀਅਨਸ ਇਕਸਾਰਤਾ ਵਾਲੇ ਮਿਆਰੀ ਸੂਬਾਈ ਵੈਕਸੀਨ ਪ੍ਰਮਾਣ ਦਸਤਾਵੇਜ਼ਾਂ ਦੀ ਵਰਤੋਂ ਹੀ ਕਰਨਗੇ, ਪਰ ਇਹਨਾਂ ਵੈਕਸੀਨ ਸਰਟੀਫਿਕੇਟਸ ਨੂੰ ਸਵੀਕਾਰ ਕਰਨਾ ਵਿਦੇਸ਼ੀ ਸਰਕਾਰਾਂ ਦੇ ਹੱਥ 'ਚ ਹੋਵੇਗਾ। ਸਰਕਾਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਨੂੰ ਯਕੀਨ ਹੈ ਕਿ ਜ਼ਿਆਦਾਤਰ ਦੇਸ਼ਾਂ ਦੇ ਵਿੱਚ ਇਹ ਸਰਟੀਫਿਕੇਟ ਸਵੀਕਾਰ ਕੀਤੇ ਜਾਣਗੇ ਤੇ ਫੈਡਰਲ ਸਰਕਾਰ ਹੋਰ ਦੇਸ਼ਾਂ ਦੀਆਂ ਸਰਕਾਰਾਂ ਦੇ ਨਾਲ ਇਹਨਾਂ ਸਰਟੀਫਿਕੇਟਸ ਨੂੰ ਸਵੀਕਾਰ ਕਰਨ ਦੇ ਸਬੰਧ ਵਿੱਚ ਗੱਲਬਾਤ ਵੀ ਕਰ ਰਹੀ ਹੈ ਤੇ ਉਹਨਾਂ ਕਿਹਾ ਕਿ ਸਾਨੂੰ ਪੂਰਾ ਯਕੀਨ ਹੈ ਕਿ ਸੂਬਾ ਸਰਕਾਰਾਂ ਵੱਲੋਂ ਜਾਰੀ ਤੇ ਫੈਡਰਲ ਸਰਕਾਰ ਵੱਲੋਂ ਮਨਜ਼ੂਰਸ਼ੁਦਾ ਇਹ ਵੈਕਸੀਨ ਪ੍ਰਮਾਣ ਦੁਨੀਆ ਭਰ ਵਿੱਚ ਸਵੀਕਾਰ ਕੀਤਾ ਜਾਵੇਗਾ। ਸੂਬਾ ਸਰਕਾਰਾਂ ਦੇ ਵੱਲੋਂ ਜਾਰੀ ਕੀਤੇ ਜਾਣ ਵਾਲੇ ਇਕਸਾਰਤਾ ਵਾਲੇ ਕੋਵਿਡ ਵੈਕਸੀਨ ਪ੍ਰਮਾਣ ਉੱਤੇ ਵਿਅਕਤੀ ਦਾ ਨਾਮ, ਜਨਮ ਮਿਤੀ, ਵੈਕਸੀਨ ਖੁਰਾਕਾਂ ਦੀ ਗਿਣਤੀ, ਵੈਕਸੀਨ ਦੀ ਕਿਸਮ, ਲਾਟ ਨੰਬਰ, ਵੈਕਸੀਨ ਦਿੱਤੇ ਜਾਣ ਦੀ ਤਾਰੀਖ ਤੇ QR ਕੋਡ ਦਰਜ ਹੁੰਦਾ ਹੈ। ਇਹਨਾਂ ਮਿਆਰੀ ਵੈਕਸੀਨ ਪ੍ਰਮਾਣ ਦਸਤਾਵੇਜ਼ਾਂ ਨੂੰ ਸਮਾਨ ਦਿੱਖ ਵਾਲਾ ਬਣਾਇਆ ਗਿਆ, ਜਿਨ੍ਹਾਂ ਵਿੱਚ ਕੈਨੇਡਾ ਦਾ ਲਿਖਿਆ ਲੋਗੋ ਤੇ ਕੈਨੇਡੀਅਨ ਝੰਡਾ ਵੀ ਜ਼ਾਹਿਰ ਹੋ ਰਿਹਾ ਹੈ। ਹੁਣ ਤੱਕ ਓਨਟਾਰੀਓ, ਕਿਊਬੈਕ, ਨਿਊਫੀਲੈਂਡ, ਲੈਬਰਾਡੋਰ, ਨੋਵਾ ਸਕੋਸ਼ੀਆ, ਸਸਕੈਚੇਵਨ, ਨੂਨਾਵੁਟ, ਨਾਰਥ ਵੈਸਟ ਟੈਰੀਟੋਰੀਜ਼ ਅਤੇ ਯੂਕੌਨ ਇਕਸਾਰਤਾ ਵਾਲੇ ਇਹ ਮਿਆਰੀ ਕੋਵਿਡ ਵੈਕਸੀਨ ਪ੍ਰਮਾਣ ਜਾਰੀ ਕਰ ਰਹੇ ਹਨ। ਟਰੂਡੋ ਨੇ ਕਿਹਾ ਕਿ ਸਾਰੇ ਸੂਬਿਆਂ ਨੇ ਇਕਸਾਰਤਾ ਵਾਲੇ ਮਿਆਰੀ ਵੈਕਸੀਨੇਸ਼ਨ ਪ੍ਰਮਾਣ ਜਾਰੀ ਕੀਤੇ ਜਾਣ ਤੇ ਸਹਿਮਤੀ ਪ੍ਰਗਟਾਈ ਹੈ। ਤੁਹਾਨੂੰ ਦੱਸ ਦਈਏ ਕਿ ਓਨਟਾਰੀਓ ਦੇ ਵਿੱਚ ਪੂਰੀ ਵੈਕਸੀਨੇਸ਼ਨ ਵਾਲੇ ਰੈਜ਼ੀਡੈਂਟਸ QR ਕੋਡ ਡਾਊਨਲੋਡ ਕਰ ਸਕਦੇ ਨੇ, ਜੋ ਕਿ ਸਮਾਰਟ ਹੈਲਥ ਕਾਰਡ ਦੇ ਮਿਆਰਾਂ ਦੇ ਅਨੁਕੂਲ ਹੈ ਤੇ ਇਸ ਵਿੱਚ ਕੈਨੇਡਾ ਸਰਕਾਰ ਦਾ ਨਿਸ਼ਾਨ ਵੀ ਸ਼ਾਮਿਲ ਹੈ। ਕੈਨੇਡਾ ਸਰਕਾਰ ਵੱਲੋਂ ਵੀ ਸਮਰਥਨ ਪ੍ਰਾਪਤ ਸਮਾਰਟ ਹੈਲਥ ਕਾਰਡ ਅੰਤਰਰਾਸ਼ਟਰੀ ਮਿਆਰਬੰਦੀ ਸੰਗਠਨਾਂ ਦੁਆਰਾ ਤੈਅ ਕੀਤੇ ਗਏ ਨਿਰਦੇਸ਼ ਨੇ, ਜਿਨ੍ਹਾਂ ਦੇ ਅਧੀਨ ਸਿਹਤ ਸੰਬੰਧੀ ਜਾਣਕਾਰੀ ਸਟੋਰ ਕੀਤੀ ਜਾ ਸਕਦੀ ਹੈ ਤੇ ਕਈ ਟੈਕ ਕੰਪਨੀਆਂ ਵੀ ਇਹਨਾਂ ਦਾ ਇਸਤੇਮਾਲ ਕਰਦੀਆਂ ਨੇ, ਜਿਨ੍ਹਾਂ ਵਿੱਚ ਐਪਲ ਵੀ ਸ਼ਾਮਲ ਹੈ। ਅਗਲੇ ਮਹੀਨੇ ਤੋਂ ਘਰੇਲੂ ਯਾਤਰਾ ਦੇ ਦੌਰਾਨ ਵੀ ਵੈਕਸੀਨ ਦਾ ਪ੍ਰਮਾਣ ਦਿਖਾਉਣਾ ਜ਼ਰੂਰੀ ਕੀਤੇ ਜਾਣ ਵੇਲੇ ਵੀ ਇਹ ਇਕਸਾਰਤਾ ਵਾਲੇ ਵੈਕਸੀਨ ਪ੍ਰਮਾਣ ਦਸਤਾਵੇਜ਼ ਦਿਖਾਏ ਜਾ ਸਕਦੇ ਹਨ। ਜਿਹੜੇ ਸੂਬਿਆਂ ਨੇ ਅਜੇ ਇਕਸਾਰਤਾ ਵਾਲੇ ਵੈਕਸੀਨ ਦਸਤਾਵੇਜ਼ ਜਾਰੀ ਨਹੀਂ ਕੀਤੇ, ਉੱਥੇ ਯਾਤਰੀ ਪੁਰਾਣੇ ਵੈਕਸੀਨੇਸ਼ਨ ਪ੍ਰੂਫ ਵਰਤ ਸਕਦੇ ਹਨ। We made a commitment to ensure that there is a national standard for a proof of vaccination certificate that will be issued by every province and territory so that people can travel domestically but particularly internationally. And today I'm happy to confirm that all provinces and territories have confirmed that they will be moving forward with a standardized national proof of vaccination. As of today, so far, we have Saskatchewan, Ontario, Quebec, Nova Scotia, Newfoundland, and all three provinces, all three territories, Nunavut, Northwest Territories, and Yukon, who already have put into use the national standard for proof of vaccination. You can download it onto your phone, you can print it out, you can ask for a copy by mail if you don't have those capacities, but you are now able to show proofs of vaccination immediately in all those provinces, and all other provinces have agreed and are working hard to come online so that as Canadians look to start traveling again, there will be a standardized proof of vaccination certificate. There are many different standards being looked at around the world. Europe has one. We are using the Smart Health Card format that many places in the United States and elsewhere around the world are using. We are very confident that this proof of vaccination certificate that will be federally approved, issued by the provinces with the health information for Canadians, is going to be accepted at destinations worldwide as proof of vaccination. 30 ਅਕਤੂਬਰ ਤੋਂ 12 ਸਾਲ ਤੇ ਵੱਧ ਉਮਰ ਦੇ ਹਵਾਈ ਅਤੇ ਵਾਇਆ ਰੇਲ ਅਤੇ ਰੌਕੀ ਮਾਊਂਟੇਨੀਅਰ ਰੇਲਾਂ ਵਿੱਚ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਸਫ਼ਰ ਕਰਨ ਤੋਂ ਪਹਿਲਾਂ ਪੂਰੀ ਤਰ੍ਹਾਂ ਨਾਲ ਵੈਕਸੀਨੇਸ਼ਨ ਕਰਵਾਏ ਹੋਣਾ ਲਾਜ਼ਮੀ ਹੋ ਜਾਵੇਗਾ। ਇਸੇ ਤਰ੍ਹਾਂ ਕਰੂਜ਼ ਸ਼ਿਪਸ ਵਰਗੇ ਮਰੀਨ ਆਪਰੇਟਰਸ ਲਈ ਲਾਜ਼ਮੀ ਵੈਕਸੀਨੇਸ਼ਨ ਨੀਤੀ ਲਾਗੂ ਹੋ ਜਾਵੇਗੀ। ਅਧਿਕਾਰੀਆਂ ਨੇ ਦੱਸਿਆ ਕਿ ਫੈਡਰਲ ਸਰਕਾਰ ਵੱਲੋਂ ਜਾਰੀ ਕੀਤੇ ਜਾਣ ਵਾਲਾ ਪ੍ਰਮਾਣ ਵੀ ਵਿਚਾਰ ਲਿਆ ਗਿਆ ਸੀ, ਪਰ ਕਿਉਂਕਿ ਵੈਕਸੀਨੇਸ਼ਨ ਲਗਾਏ ਜਾਣ ਸੰਬੰਧੀ ਡੇਟਾ ਸੂਬਾ ਸਰਕਾਰਾਂ ਦੇ ਇਖਤਿਆਰ ਵਿੱਚ ਹੈ, ਤਾਂ ਕਰਕੇ ਸੂਬਾ ਸਰਕਾਰਾਂ ਅਤੇ ਟੈਰੀਟੋਰੀਜ਼ ਦੇ ਪ੍ਰਮਾਣ ਵਿੱਚ ਇਕਸਾਰਤਾ ਲਿਆਉਣਾ ਹੀ ਬਿਹਤਰ ਵਿਕਲਪ ਸੀ।
ਅਧਿਕਾਰੀਆਂ ਦੇ ਮੁਤਾਬਿਕ ਸਿਹਤ ਨਾਲ ਸੰਬੰਧਿਤ ਟਰੈਵਲ ਐਡਵਾਈਜ਼ਰੀ ਵਿੱਚ ਵੀ ਜਲਦ ਤਬਦੀਲੀ ਕੀਤੀ ਜਾਵੇਗੀ ਤਾਂ ਕਿ ਕੈਨੇਡੀਅਨਜ਼ ਉਹਨਾਂ ਦੇ ਅਨੁਕੂਲ ਹੀ ਆਪਣੇ ਸਫ਼ਰ ਦੀਆਂ ਯੋਜਨਾਵਾਂ ਬਣਾ ਸਕਣ। ਹੁਣ BC ਦੇ ਲੋਕਾਂ ਨੂੰ ਸੰਘੀ ਨਿਯਮਾਂ ਦੀ ਪਾਲਣਾ ਕਰਦੇ ਹੋਏ 2 ਵੈਕਸੀਨ ਕਾਰਡ ਰੱਖਣੇ ਹੋਣਗੇ ਕਿਉਂਕਿ ਬਹੁਤ ਸਾਰੇ ਸੂਬੇ ਜਿਨ੍ਹਾਂ ਦੇ ਅਸੀਂ ਪਹਿਲਾਂ ਜ਼ਿਕਰ ਕਰ ਚੁੱਕੇ ਹਾਂ, ਓਨਟਾਰੀਓ ਵਰਗੇ ਸੂਬੇ, ਯੂਕੋਨ ਵਰਗੇ ਸੂਬੇ, ਜਿਨ੍ਹਾਂ ਦੇ ਵਿੱਚ ਕੈਨੇਡੀਅਨ ਪਾਸਪੋਰਟ ਜਿਹੜੀ ਵੈਕਸੀਨ ਪਾਸਪੋਰਟ ਹੈ ਉਹਦੇ ਵਿੱਚ ਕੈਨੇਡੀਅਨ ਝੰਡਾ ਵੀ ਹੈ, ਕੈਨੇਡੀਅਨ ਸਟੈਂਪ ਵੀ ਹੈ, ਪਰ BC ਦੇ ਵਿੱਚ ਲੋਕਲ ਵੈਕਸੀਨ ਪਾਸਪੋਰਟ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦੱਸਿਆ ਕਿ ਫੈਡਰਲ ਸਰਕਾਰ ਤੇ ਸੂਬਾ ਸਰਕਾਰਾਂ ਦੇ ਵਿਚਾਲੇ ਨਵੀਂ ਰਾਸ਼ਟਰੀ ਵੈਕਸੀਨ ਪਾਸਪੋਰਟ ਤੇ ਸਹਿਮਤੀ ਬਣ ਗਈ ਹੈ। ਇਹਦੇ ਆਸਰੇ ਘਰੇਲੂ ਤੇ ਅੰਤਰਰਾਸ਼ਟਰੀ ਯਾਤਰਾ ਕੀਤੀ ਜਾ ਸਕੇਗੀ। ਉਹਨਾਂ ਦੱਸਿਆ ਕਿ ਕਈ ਸੂਬਿਆਂ ਨੇ ਪਹਿਲਾਂ ਹੀ ਵੈਕਸੀਨੇਸ਼ਨ ਪ੍ਰੂਫ ਜਾਰੀ ਕਰਨੇ ਸ਼ੁਰੂ ਕਰ ਦਿੱਤੇ ਨੇ। ਸਰਕਾਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਾਰੇ ਸੂਬੇ ਪਲਾਨ ਕਰ ਰਹੇ ਨੇ ਕਿ ਇੱਕ ਕੈਨੇਡੀਅਨ ਦਸਤਾਵੇਜ਼ ਅਗਲੇ ਮਹੀਨੇ ਦੇ ਅੰਤ ਤੱਕ ਤਿਆਰ ਹੋ ਜਾਵੇ। ਹੁਣ ਇਸ ਵਿਚਕਾਰ BC ਦੇ ਪ੍ਰੀਮੀਅਰ ਜੌਨ ਹੋਰਗਨ ਨੇ ਪ੍ਰੈਸ ਕਾਨਫਰੰਸ ਕੀਤੀ ਤੇ ਕਿਹਾ ਕਿ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਕੋਲ ਸੰਘੀ ਨਿਯਮਾਂ ਦੀ ਪਾਲਣਾ ਕਰਦੇ ਹੋਏ 2 ਵੈਕਸੀਨ ਕਾਰਡ ਹੋਣਗੇ। ਬ੍ਰਿਟਿਸ਼ ਕੋਲੰਬੀਆ ਵਾਸੀਆਂ ਨੂੰ ਫੈਡਰਲ ਵੈਕਸੀਨ ਪਾਸਪੋਰਟ ਤੇ BC ਵੈਕਸੀਨ ਕਾਰਡ ਦੋਹਾਂ ਦੀ ਲੋੜ ਹੋਵੇਗੀ ਜੇਕਰ ਉਹ ਕਿਸੇ ਰੈਸਟੋਰੈਂਟ ਵਿੱਚ ਖਾਣਾ ਖਾਣਾ ਚਾਹੁੰਦੇ ਨੇ ਜਾਂ ਹਵਾਈ ਜਹਾਜ਼ ਰਾਹੀਂ ਯਾਤਰਾ ਕਰਨੀ ਚਾਹੁੰਦੇ ਨੇ। ਪ੍ਰੀਮੀਅਰ ਜੌਨ ਹੋਰਗਨ ਨੇ ਸਵੀਕਾਰ ਕੀਤਾ ਕਿ ਫੈਡਰਲ ਵੈਕਸੀਨ ਪਾਸਪੋਰਟ ਦੇ ਰੋਲ ਆਊਟ ਦੇ ਨਾਲ ਬ੍ਰਿਟਿਸ਼ ਕੋਲੰਬੀਆ ਵਿੱਚ ਕਨਫਿਊਜ਼ਨ ਪੈਦਾ ਹੋ ਸਕਦਾ ਹੈ। ਉਹਨਾਂ ਇਹ ਨਹੀਂ ਦੱਸਿਆ ਕਿ BC ਵੈਕਸੀਨ ਕਾਰਡ ਜਿਸ ਨੂੰ 3.7 ਮਿਲੀਅਨ ਤੋਂ ਵੱਧ ਲੋਕਾਂ ਦੁਆਰਾ ਡਾਊਨਲੋਡ ਕੀਤਾ ਗਿਆ ਨਵੇਂ ਫੈਡਰਲ ਕਾਰਡ ਦੇ ਨਾਲ ਸਿੰਕ ਕਿਉਂ ਨਹੀਂ ਕੀਤਾ ਜਾ ਸਕਦਾ। ਹੋਰਗਨ ਨੇ ਕਿਹਾ ਜੇ ਤੁਸੀਂ ਅੰਤਰਰਾਸ਼ਟਰੀ ਤੌਰ ਤੇ ਜਾਂ ਸੰਘੀ ਤੌਰ ਤੇ ਨਿਯੰਤਰਿਤ ਆਵਾਜਾਈ ਦੇ ਢੰਗਾਂ ਤੇ ਯਾਤਰਾ ਕਰਨੀ ਚਾਹੁੰਦੇ ਹੋ ਤਾਂ ਤੁਹਾਨੂੰ ਇੱਕ ਵੱਖਰੇ ਕਾਰਡ ਦੀ ਲੋੜ ਹੋਵੇਗੀ। ਤੁਸੀਂ ਫੈਡਰਲ ਸਰਕਾਰ ਦੁਆਰਾ ਪ੍ਰਦਾਨ ਕੀਤੀ ਜਾ ਰਹੀ ਜਾਣਕਾਰੀ ਦੀ ਸਮੀਖਿਆ ਕਰਕੇ ਅਜਿਹਾ ਕਰ ਸਕਦੇ ਹੋ। ਅਸੀਂ ਦੇਖਾਂਗੇ ਕਿ ਅਸੀਂ ਦੋਹਾਂ ਨੂੰ ਕਿਵੇਂ ਇਕੱਠੇ ਕਰ ਸਕਦੇ ਹਾਂ। ਇਹ ਨਹੀਂ ਕਿ ਇਕੱਠੇ ਹੋ ਨਹੀਂ ਸਕਦੇ, ਪਰ ਇਕੱਠੇ ਦੋਨੇ ਕਾਰਡਾਂ ਨੂੰ ਇਕੱਠੇ ਕਰਨ ਤੇ ਅਜੇ ਕੰਮ ਕਰਨਾ ਬਾਕੀ ਹੈ। ਗੈਰ ਜ਼ਰੂਰੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਲਈ ਇੱਕ ਵੈਕਸੀਨ ਕਾਰਡ ਬਣਾਉਣ ਤੋਂ ਬਾਅਦ ਬ੍ਰਿਟਿਸ਼ ਕੋਲੰਬੀਆ ਪ੍ਰੋਵਿੰਸ ਦੇ ਵਸਨੀਕਾਂ ਨੂੰ ਹੁਣ ਅੰਤਰਰਾਸ਼ਟਰੀ ਯਾਤਰਾ ਦੇ ਲਈ ਇੱਕ ਹੋਰ ਵੈਕਸੀਨ ਕਾਰਡ ਬਣਾਉਣਾ ਹੋਵੇਗਾ। ਪ੍ਰੀਮੀਅਰ ਨੇ ਕਿਹਾ ਕਿ ਮੌਜੂਦਾ BC ਵੈਕਸੀਨ ਕਾਰਡ ਘਰੇਲੂ ਤੇ ਅੰਤਰਰਾਸ਼ਟਰੀ ਯਾਤਰਾ ਦੇ ਲਈ ਨਵੇਂ ਰਾਸ਼ਟਰੀ ਵੈਕਸੀਨ ਪਾਸਪੋਰਟ ਦੇ ਅਨੁਕੂਲ ਨਹੀਂ ਹੈ। BC ਦੇ ਸਿਹਤ ਮੰਤਰਾਲੇ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਪ੍ਰੋਵਿੰਸ ਵਿੱਚ ਨਵਾਂ ਵੈਕਸੀਨ ਕਾਰਡ ਜਾਰੀ ਕੀਤਾ ਜਾਵੇਗਾ ਜੋ ਕਿ 30 ਅਕਤੂਬਰ ਤੋਂ ਬਣਾਇਆ ਜਾ ਸਕੇਗਾ। ਸੂਬਾਈ ਸਰਕਾਰ ਦਾ ਕਹਿਣਾ ਹੈ ਕਿ ਫੈਡਰਲ ਸਰਕਾਰ ਵੱਲੋਂ ਫਿਲਹਾਲ ਪੁਰਾਣਾ ਵੈਕਸੀਨ ਕਾਰਡ ਵਰਤੇ ਜਾਣ ਲਈ ਹਾਮੀ ਭਰੀ ਗਈ ਹੈ। ਹੋਰਗਨ ਨੇ ਕਿਹਾ ਕਿ ਫੈਡਰਲ ਸਰਕਾਰ ਅੰਤਰਰਾਸ਼ਟਰੀ ਯਾਤਰਾ ਕਰਨ ਦੇ ਲਈ ਵਧੇਰੇ ਜਾਣਕਾਰੀ ਚਾਹੁੰਦੀ ਹੈ ਜਦਕਿ BC ਦਾ ਵੈਕਸੀਨ ਕਾਰਡ ਬਣਾਉਣ ਦੇ ਲਈ ਵਿਅਕਤੀਆਂ ਨੂੰ ਘੱਟ ਜਾਣਕਾਰੀ ਸਾਂਝੀ ਕਰਨ ਦੀ ਲੋੜ ਸੀ। ਹੋਰਗਨ ਨੇ ਕਿਹਾ ਕਿ ਸੂਬਾ ਨਿਵਾਸੀ ਫੈਡਰਲ ਟਰਾਂਸਪੋਰਟ ਕਾਰਡ ਦੇ ਲਈ ਅਪਲਾਈ ਕਰ ਸਕਦੇ ਹਨ ਪਰ ਅਪਲਾਈ ਕਰਦੇ ਸਮੇਂ ਫੈਡਰਲ ਸਰਕਾਰ ਦੀ ਵੈਬਸਾਈਟ ਅਪਲਾਈ ਕਰਨ ਵਾਲਿਆਂ ਨੂੰ ਸੂਬਾਈ ਵੈਕਸੀਨ ਪ੍ਰੂਫ ਵੱਲ ਲੈ ਜਾਂਦੀ ਹੈ ਜੋ ਕਿ ਹੋਰਨਾਂ ਦੇਸ਼ਾਂ ਵਿੱਚ ਦਾਖਲ ਹੋਣ ਦੀ ਗਰੰਟੀ ਨਹੀਂ ਕਰਦਾ। ਸੂਬਾਈ ਸਰਕਾਰ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਅਸੀਂ ਦੋਵੇਂ ਕਾਰਡਾਂ ਦੀ ਵਰਤੋਂ ਦੀ ਨਿਗਰਾਨੀ ਯਕੀਨੀ ਬਣਾਵਾਂਗੇ ਤਾਂ ਜੋ ਲੋਕ ਇਸ ਤੋਂ ਲਾਭ ਲੈ ਸਕਣ। ਅਮਰੀਕਾ ਜਾਣ ਦੇ ਲਈ ਕੋਵਿਡ-19 ਟੈਸਟਿੰਗ ਦੇ ਬਾਰੇ ਪ੍ਰੀਮੀਅਰ ਜੌਨ ਹੋਰਗਨ ਨੇ ਚਿੰਤਾ ਜ਼ਾਹਰ ਕੀਤੀ। ਹੋਰਗਨ ਨੇ ਕਿਹਾ ਕਿ ਯਾਤਰੀ ਵੈਨਕੂਵਰ ਵਿੱਚ ਟੈਸਟ ਕਰਵਾ ਕੇ 72 ਘੰਟਿਆਂ ਦੇ ਅੰਦਰ ਅਮਰੀਕਾ ਦੀ ਯਾਤਰਾ ਕਰਕੇ ਵਾਪਸ ਆ ਸਕਦਾ ਹੈ। ਉਹਨਾਂ ਕਿਹਾ ਕਿ ਵਿਅਕਤੀ ਯਾਤਰਾ ਕਰਨ ਦੇ ਲਈ ਕੋਵਿਡ-19 ਦੇ ਲੱਛਣ ਹੋਣ ਦੀ ਗੱਲ ਆਖ ਕੇ ਮੁਫਤ ਟੈਸਟ ਕਰਾ ਸਕਦੇ ਹਨ। ਸੂਬਾਈ ਸਰਕਾਰ ਨੇ ਕਿਹਾ ਕਿ ਕੋਵਿਡ-19 ਦੀ ਚੌਥੀ ਲਹਿਰ ਨੂੰ ਧਿਆਨ ਵਿੱਚ ਰੱਖਦਿਆਂ ਕੁਝ ਪਾਬੰਦੀਆਂ ਨੂੰ ਹੋਰ ਅੱਗੇ ਵਧਾਇਆ ਜਾ ਰਿਹਾ ਹੈ। ਸਰਕਾਰ ਨੇ ਇੱਕ ਬਿਆਨ ਦੇ ਵਿੱਚ ਕਿਹਾ ਕਿ ਕੋਵਿਡ-19 ਨਾਲ ਸੰਬੰਧਿਤ ਐਕਟ ਜੋ ਕਿ 31 ਦਸੰਬਰ ਨੂੰ ਰੱਦ ਕੀਤਾ ਜਾਣਾ ਸੀ ਵਿੱਚ ਬਦਲਾਅ ਲਈ ਅਸੈਂਬਲੀ ਵਿੱਚ ਬਿੱਲ ਪੇਸ਼ ਕੀਤਾ ਜਾਵੇਗਾ। ਇਹ ਐਕਟ ਅਦਾਲਤਾਂ ਨੂੰ ਕਾਨੂੰਨੀ ਦਸਤਾਵੇਜ਼ਾਂ ਨੂੰ ਚੈੱਕ ਕਰਨ ਸਮੇਤ ਕੁਝ ਕਾਰਵਾਈਆਂ ਰਿਮੋਟਲੀ ਕਰਨ ਦੀ ਆਗਿਆ ਦਿੰਦਾ ਹੈ। ਇਹ ਐਕਟ ਸੂਬਾਈ ਸਿਹਤ ਅਧਿਕਾਰੀ ਨੂੰ ਲੌਂਗ ਟਰਮ ਕੇਅਰ ਹੋਮਸ ਵਿੱਚ ਕੋਵਿਡ-19 ਦੇ ਸੰਚਾਰ ਨੂੰ ਰੋਕਣ ਲਈ ਨਿਯਮ ਲਾਗੂ ਕਰਨ ਦੀ ਸਮਰੱਥਾ ਵੀ ਦਿੰਦਾ ਹੈ। Well, thank you very much for the question. And you'll remember that British Columbia and Quebec were among the first provinces to come out with an immunization, a vaccine card, so that British Columbians could, within their communities, go to the play, go to a hockey game, go out to dinner with friends, and interact in their communities or in British Columbia with other people who had also taken steps to protect themselves by getting immunized. The card simply says that you have received 2 doses of an approved vaccine, and you're also required to show proof of identification, and that can be a variety of different things. The federal government's test is much higher for international travel, and we said so at the time that we implemented our immunization card, that at the point where the borders are open, particularly, of course, to the south of us, and those who want to travel internationally are going to require some other form of identification distributed and approved by the federal government.
That decision has been made. Those cards have now been developed, and they involve not just being immunized, but what vaccine did you receive, what date, what batch number did that vaccine come from. All of that information is held by the Ministry of Health privately and confidentially, but now that is going to be required to be part of the federal immunization or card or passport. We're going to continue to work with the federal government. What I want British Columbians to know is that if you have no plans to travel in the immediate future, the 3.7 million of you who have already downloaded a BC immunization card can continue to go to the play, can continue to go to a concert, go out for dinner with some friends. If you want to travel internationally or on federally regulated modes of transportation, you're going to require a federal card. And you can access that through British Columbia sources, and you can also, of course, access that by reviewing whatever material and information the federal government is providing at this time. But you're going to need two at the moment, and we'll see how we go in the months ahead, how we can bring those two together. But we wanted to initially, Richard, we wanted to make sure that British Columbians could participate within their own communities. The federal government's responsible for international travel. ਹੁਣ 23 ਅਕਤੂਬਰ ਨੂੰ ਕੋਵਿਡ ਮਹਾਮਾਰੀ ਦੇ ਮੱਦੇਨਜ਼ਰ ਸ਼ੁਰੂ ਕੀਤੇ ਗਏ ਕਈ ਰਾਹਤ ਪ੍ਰੋਗਰਾਮ ਖਤਮ ਹੋ ਰਹੇ ਨੇ, ਪਰ ਇਸ ਪੜਾਅ ਤੋਂ ਅਗਲੇ ਪੜਾਅ ਵਿੱਚ ਦਾਖਲ ਹੋਣ ਦੇ ਦੌਰਾਨ ਕੈਨੇਡੀਅਨਸ ਦੀ ਮਦਦ ਲਈ ਕਈ ਬਿਲੀਅਨ ਡਾਲਰ ਖਰਚ ਕੀਤੇ ਜਾਣਗੇ। ਡਿਪਟੀ ਪ੍ਰਧਾਨ ਮੰਤਰੀ ਤੇ ਫਾਈਨੈਂਸ ਮਿਨਿਸਟਰ ਰਹੇ ਕ੍ਰਿਸਟੀਆ ਫਰੀਲੈਂਡ ਹੁਣ ਫਾਈਨੈਂਸ ਮਿਨਿਸਟਰ ਦਾ ਅਹੁਦਾ ਇਹਨਾਂ ਕੋਲ ਰਹਿੰਦਾ ਜਾਂ ਨਹੀਂ, ਇਹ ਆਉਣ ਵਾਲੇ ਸਮੇਂ ਵਿੱਚ ਪਤਾ ਲੱਗੇਗਾ, ਪਰ ਹੁਣ ਡਿਪਟੀ ਪ੍ਰਧਾਨ ਮੰਤਰੀ ਦਾ ਅਹੁਦਾ ਇਹਨਾਂ ਨੇ ਸਵੀਕਾਰ ਕਰ ਲਿਆ। ਫਰੀਲੈਂਡ ਨੇ ਆਟਵਾ ਦੇ ਵਿੱਚ ਬੋਲਦਿਆਂ ਕਿਹਾ ਕਿ ਮਹਾਮਾਰੀ ਦੇ ਕਾਲੇ ਦਿਨਾਂ ਤੋਂ ਬਾਅਦ ਹੁਣ ਕੈਨੇਡਾ ਨਵੇਂ ਪੜਾਅ ਵਿੱਚ ਦਾਖਲ ਹੋ ਗਿਆ ਤੇ ਕੋਵਿਡ ਸੰਕਟ ਕਰਕੇ ਖਤਮ ਹੋਈਆਂ ਨੌਕਰੀਆਂ 100% ਰਿਕਵਰ ਹੋ ਚੁੱਕੀਆਂ। ਫਰੀਲੈਂਡ ਨੇ ਕਿਹਾ ਕਿ ਮੁਲਕ ਵਿੱਚ ਵੈਕਸੀਨੇਸ਼ਨ ਦੀ ਉੱਚੀ ਦਰ ਤੇ ਅਰਥਚਾਰੇ ਵਿੱਚ ਸੁਧਾਰ ਦੇ ਨਾਲ-ਨਾਲ ਤਕਰੀਬਨ 7.4 ਬਿਲੀਅਨ ਡਾਲਰ ਦੇ ਖਰਚੇ ਵਾਲੇ ਨਵੇਂ ਉਪਾਅ ਕੈਨੇਡਾ ਦੀ ਤੇਜ਼ ਰਿਕਵਰੀ ਵਿੱਚ ਅਹਿਮ ਯੋਗਦਾਨ ਪਾਉਣਗੇ। 24 ਅਕਤੂਬਰ ਤੋਂ 7 ਮਈ 2022 ਤੱਕ ਜਾਰੀ ਰਾਹਤ ਪ੍ਰੋਗਰਾਮਾਂ ਹੇਠ ਖਰਚੀ ਜਾਵੇਗੀ। 23 ਅਕਤੂਬਰ ਨੂੰ ਕੈਨੇਡਾ ਐਮਰਜੈਂਸੀ ਰੈਂਟ ਸਬਸਿਡੀ ਤੇ ਕੈਨੇਡਾ ਐਮਰਜੈਂਸੀ ਵੇਜ ਸਬਸਿਡੀ ਪ੍ਰੋਗਰਾਮ ਸਮਾਪਤ ਹੋ ਰਹੇ ਹਨ। ਫਰੀਲੈਂਡ ਨੇ ਕਿਹਾ ਕਿ ਕੈਨੇਡਾ ਵਿੱਚ ਸਾਰੇ ਸੈਕਟਰਾਂ ਵਿੱਚ ਰਿਕਵਰੀ ਇੱਕੋ ਜਿਹੀ ਨਹੀਂ ਰਹੀ ਅਤੇ ਕੁਝ ਖਾਸ ਸੈਕਟਰਾਂ ਨੂੰ ਕੋਵਿਡ-19 ਦੀਆਂ ਪਾਬੰਦੀਆਂ ਦਾ ਜ਼ਿਆਦਾ ਪ੍ਰਕੋਪ ਝੱਲਣਾ ਪਿਆ। ਆਉਂਦੇ ਐਤਵਾਰ ਤੋਂ ਟੂਰਿਜ਼ਮ ਐਂਡ ਹਸਪਿਟੈਲਿਟੀ ਰਿਕਵਰੀ ਪ੍ਰੋਗਰਾਮ ਅਤੇ ਹਾਰਡੈਸਟ ਹਿੱਟ ਬਿਜ਼ਨਸ ਰਿਕਵਰੀ ਪ੍ਰੋਗਰਾਮ ਸ਼ੁਰੂ ਕੀਤੇ ਜਾ ਰਹੇ ਹਨ। ਟੂਰਿਜ਼ਮ ਐਂਡ ਹਸਪਿਟੈਲਿਟੀ ਰਿਕਵਰੀ ਪ੍ਰੋਗਰਾਮਾਂ ਦੇ ਅਧੀਨ ਹੋਟਲਸ, ਟੂਰ ਆਪਰੇਟਰਸ, ਟਰੈਵਲ ਏਜੰਸੀਜ਼ ਅਤੇ ਰੈਸਟੋਰੈਂਟਸ ਨੂੰ 75% ਤੱਕ ਦੀ ਸਬਸਿਡੀ ਦਿੱਤੀ ਜਾਵੇਗੀ। ਹਾਰਡੈਸਟ ਹਿੱਟ ਬਿਜ਼ਨਸ ਰਿਕਵਰੀ ਪ੍ਰੋਗਰਾਮ ਦੇ ਅਧੀਨ ਬਾਕੀ ਕੋਵਿਡ ਪ੍ਰਭਾਵਿਤ ਕਾਰੋਬਾਰਾਂ ਨੂੰ 50% ਤੱਕ ਵੇਜ ਤੇ ਰੈਂਟ ਸਬਸਿਡੀ ਦਿੱਤੀ ਜਾਵੇਗੀ। ਟੂਰਿਜ਼ਮ ਐਂਡ ਹਸਪਿਟੈਲਿਟੀ ਵਾਲੇ ਜਿਹੜੇ ਕਾਰੋਬਾਰਾਂ ਨੂੰ ਪਿਛਲੇ 12 ਮਹੀਨਿਆਂ ਦੇ ਦੌਰਾਨ ਔਸਤਨ 40% ਪ੍ਰਤੀ ਮਹੀਨਾ ਘਾਟਾ ਹੋਇਆ ਹੋਵੇ ਤੇ ਮੌਜੂਦਾ ਮਹੀਨੇ ਵਿੱਚ ਵੀ ਘਾਟਾ 40% ਤੱਕ ਦਾ ਦਰਜ ਕੀਤਾ ਗਿਆ ਹੋਵੇ, ਉਹ ਲੋਕ ਹੀ ਇਸ ਪ੍ਰੋਗਰਾਮ ਦੇ ਯੋਗ ਹੋਣਗੇ। ਜਿਨ੍ਹਾਂ ਕਾਰੋਬਾਰਾਂ ਦੀ ਆਮਦਨ ਵਿੱਚ ਪ੍ਰਤੀ ਮਹੀਨਾ ਔਸਤਨ 50% ਘਾਟਾ ਹੋਇਆ ਹੋਵੇ ਤੇ ਮੌਜੂਦਾ ਮਹੀਨੇ ਵਿੱਚ ਵੀ ਔਸਤਨ 50% ਘਾਟਾ ਹੋਇਆ ਹੋਵੇ, ਉਹ ਕਾਰੋਬਾਰ ਹਾਰਡੈਸਟ ਹਿੱਟ ਪ੍ਰੋਗਰਾਮ ਦੇ ਯੋਗ ਹੋਣਗੇ। ਕਹਿ ਸਕਦੇ ਹਾਂ ਕਿ ਪ੍ਰੋਗਰਾਮ ਚਾਹੇ ਬੰਦ ਕੀਤੇ ਜਾ ਰਹੇ ਨੇ, ਪਰ ਅਗਲੇ ਮਹੀਨਿਆਂ ਦੇ ਵਿੱਚ ਵੀ ਹੈਲਪ ਮਿਲਦੀ ਰਹੇਗੀ, ਪਰ ਉਹਦੇ ਲਈ ਹਾਰਡੈਸਟ ਹਿੱਟ ਪ੍ਰੋਗਰਾਮ ਹੋਣਗੇ ਕਿ ਬਹੁਤ ਹੀ ਸਖਤ ਉਪਾਅ ਵਰਤਨੇ ਹੋਣਗੇ ਤੇ ਉਹਦੇ ਸਬੂਤ ਵੀ ਜਟਾਉਣੇ ਹੋਣਗੇ। ਇਨਵੈਸਟੀਗੇਸ਼ਨ ਹੋਵੇਗੀ ਤੇ ਫਿਰ ਹੀ ਬਿਜ਼ਨੈਸਿਸ ਨੂੰ ਜਾਂ ਕਿਸੇ ਇੱਕ ਸਿੰਗਲ ਬੰਦੇ ਨੂੰ ਜਿਹੜੇ ਇਹ ਪ੍ਰੋਗਰਾਮ ਜਾਂ ਬੈਨੀਫਿਟ ਦਿੱਤੇ ਜਾ ਸਕਣਗੇ। We are announcing what we very much hope and believe is the final pivot in delivering the support needed to ensure a robust recovery. The existing income and business support programs will end on October 23rd, as previously announced. We are moving from the very broad-based support that was appropriate at the height of our lockdowns to more targeted measures that will provide help where it is needed while prudently managing government finances. And now I'll outline the new programs that we intend to put in place as of October 24th. 23 ਅਕਤੂਬਰ ਨੂੰ ਕੈਨੇਡਾ ਰਿਕਵਰੀ ਬੈਨੀਫਿਟ ਦੀ ਮਿਆਦ ਵੀ ਖਤਮ ਹੋ ਰਹੀ ਹੈ।
ਪਿਛਲੇ ਸਾਲ ਕੈਨੇਡਾ ਐਮਰਜੈਂਸੀ ਸਪੋਰਟ ਬੈਨੀਫਿਟ ਨੂੰ ਬਦਲ ਕੇ ਉਸ ਦੀ ਜਗ੍ਹਾ ਕੈਨੇਡਾ ਰਿਕਵਰੀ ਬੈਨੀਫਿਟ ਸ਼ੁਰੂ ਕੀਤਾ ਗਿਆ ਸੀ। ਜਿਹੜੇ ਲੋਕ ਇੰਪਲੋਇਮੈਂਟ ਇੰਸ਼ੋਰੈਂਸ ਅਧੀਨ ਕਵਰ ਨਹੀਂ ਹੁੰਦੇ ਉਹਨਾਂ ਦੀ ਮਦਦ ਦੇ ਲਈ ਇਹ ਪ੍ਰੋਗਰਾਮ ਚਲਾਇਆ ਗਿਆ ਸੀ। ਹੁਣ ਇਸ ਪ੍ਰੋਗਰਾਮ ਦੀ ਥਾਂ ਤੇ ਕੈਨੇਡਾ ਵਰਕਰ ਲੋਕਡਾਊਨ ਬੈਨੀਫਿਟ ਚਲਾਇਆ ਜਾਵੇਗਾ। ਸੂਬਾਈ ਲੋਕਡਾਊਨ ਦੇ ਦਾਇਰੇ ਵਿੱਚ ਆਉਂਦੇ ਵਰਕਰਸ ਨੂੰ $300 ਪ੍ਰਤੀ ਹਫ਼ਤਾ ਰਾਸ਼ੀ ਦਿੱਤੀ ਜਾਵੇਗੀ। ਇੰਪਲੋਇਮੈਂਟ ਇੰਸ਼ੋਰੈਂਸ ਦੇ ਅਯੋਗ ਵਰਕਰ ਵੀ ਇਸ ਪ੍ਰੋਗਰਾਮ ਵਿੱਚ ਸ਼ਾਮਲ ਹਨ। ਫ੍ਰੀਲੈਂਡ ਨੇ ਕਿਹਾ ਕਿ ਇਸ ਪ੍ਰੋਗਰਾਮ ਦੇ ਨਾਲ ਸੂਬਾ ਸਰਕਾਰਾਂ ਨੂੰ ਸਖਤ ਫੈਸਲੇ ਲੈਣ ਵਿੱਚ ਮਦਦ ਮਿਲੇਗੀ ਕਿਉਂਕਿ ਉਹਨਾਂ ਨੂੰ ਪਤਾ ਹੋਵੇਗਾ ਕਿ ਪ੍ਰਭਾਵਿਤ ਵਰਕਰਾਂ ਦੀ ਮਦਦ ਦੇ ਲਈ ਇਹ ਪ੍ਰੋਗਰਾਮ ਮੌਜੂਦ ਹੈ। ਕੈਨੇਡਾ ਰਿਕਵਰੀ ਸਿਕਨੈਸ ਬੈਨੀਫਿਟ ਤੇ ਕੈਨੇਡਾ ਰਿਕਵਰੀ ਕੇਅਰ ਗਿਵਿੰਗ ਬੈਨੀਫਿਟ ਮਈ ਮਹੀਨੇ ਤੱਕ ਜਾਰੀ ਰਹਿਣਗੇ। ਇਹਨਾਂ ਪ੍ਰੋਗਰਾਮਸ ਦੀ ਵੱਧ ਤੋਂ ਵੱਧ ਮਿਆਦ ਵਿੱਚ 2 ਹਫ਼ਤੇ ਹੋਰ ਜੋੜੇ ਗਏ ਹਨ। ਹੁਣ ਬਿਜ਼ਨੈਸਿਸ ਤੇ ਸੰਗਠਨਾਂ ਨੇ ਰਾਹਤ ਅਤੇ ਚਿੰਤਾ ਵਿਅਕਤ ਕੀਤੀ ਹੈ। ਕੈਨੇਡੀਅਨ ਫੈਡਰੇਸ਼ਨ ਆਫ ਇੰਡੀਪੈਂਡੈਂਟ ਬਿਜ਼ਨਸ ਨੇ ਹਾਇਰਿੰਗ ਪ੍ਰੋਗਰਾਮ ਦੇ ਵਿੱਚ ਵਾਧਾ ਕੀਤੇ ਜਾਣ ਤੇ ਕੁਝ ਬੈਨੀਫਿਟਸ ਦੇ ਜਾਰੀ ਰਹਿਣ ਤੇ ਰਾਹਤ ਪ੍ਰਗਟਾਈ ਹੈ, ਪਰ ਨਾਲ ਹੀ ਉਹਨਾਂ ਇਸ ਗੱਲ ਦੀ ਚਿੰਤਾ ਵੀ ਪ੍ਰਗਟ ਕੀਤੀ ਹੈ ਕਿ ਕਿਤੇ ਨਵੇਂ ਪ੍ਰੋਗਰਾਮਾਂ ਵਿੱਚ ਯੋਗਤਾ ਦੇ ਪੈਮਾਨੇ ਕਰਕੇ ਕਈ ਬਿਜ਼ਨਸ ਮਦਦ ਤੋਂ ਮਰਹੂਮ ਨਾ ਰਹਿ ਜਾਣ। The second stream, the hardest hit business recovery program, will be available to employers who can show they have faced deep and enduring losses and will provide support through the wage and rent subsidy programs. The subsidy rate for this group will start at 10% for applicants with a 50% revenue loss, increasing to a maximum 50% subsidy for those with a 75% revenue loss. Support through both of these new streams will be available from October 24th to May 7th of next year. From March 13th to May 7th, the support will decrease by half as we prepare for a full recovery and the end of these extraordinary pandemic-related benefits. The eligibility for these programs will be a 2-key system. One key will consider whether the employer has faced a significant revenue loss over the course of 12 months of the pandemic. The second key is revenue loss in the current month. And finally, we are creating a new lockdown support program that will be available in case the pandemic requires further local lockdowns in any part of the country. For those businesses that face temporary local lockdowns, we will make the wage and rent subsidy available up to the maximum amount for the duration of the local lockdown. We're putting this insurance policy in place now to ensure that provinces, territories, and municipalities can continue to make the right public health choices, knowing that support will be there for workers and businesses. ਹੁਣ ਇਸ ਅਨਾਉਂਸਮੈਂਟ ਉੱਤੇ ਵਿਰੋਧੀ ਲੀਡਰਾਂ ਦਾ ਪ੍ਰਤੀਕਰਮ ਵੀ ਦੇਖਣ ਨੂੰ ਮਿਲਿਆ। ਐਨਡੀਪੀ ਲੀਡਰ ਜਗਮੀਤ ਸਿੰਘ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਸਾਰੇ ਸਪੋਰਟ ਪ੍ਰੋਗਰਾਮ ਨੂੰ ਨਾ ਵਧਾਏ ਜਾਣ ਤੇ ਆਲੋਚਨਾ ਕੀਤੀ ਹੈ। ਉਹਨਾਂ ਕਿਹਾ ਕਿ ਅਲਬਰਟਾ, ਸਸਕੈਚੁਅਨ ਤੇ ਨਾਰਥ ਵੈਸਟ ਟੈਰੀਟੋਰੀਜ਼ ਦੇ ਵਿੱਚ ਕੋਵਿਡ ਦੀ ਚੌਥੀ ਵੇਵ ਅਜੇ ਵੀ ਚੱਲ ਰਹੀ ਹੈ ਤੇ ਅਜਿਹੇ ਵਿੱਚ ਲਿਬਰਲ ਸਰਕਾਰ ਕੈਨੇਡਾ ਰਿਕਵਰੀ ਬੈਨੀਫਿਟ ਸਮਾਪਤ ਕਰ ਰਹੀ ਹੈ। ਉਹਨਾਂ ਕਿਹਾ ਕਿ ਜਦੋਂ ਤੱਕ ਮਹਾਮਾਰੀ ਚੱਲ ਰਹੀ ਹੈ ਉਦੋਂ ਤੱਕ ਸੀਆਰਬੀ ਮੌਜੂਦ ਰਹਿਣਾ ਚਾਹੀਦਾ ਤੇ ਇੰਪਲੋਇਮੈਂਟ ਇੰਸ਼ੋਰੈਂਸ ਸਿਸਟਮ ਵਿੱਚ ਵੀ ਸੁਧਾਰ ਹੋਣੇ ਚਾਹੀਦੇ ਨੇ। ਜਗਮੀਤ ਸਿੰਘ ਨੇ ਕਿਹਾ ਕਿ ਚੋਣਾਂ ਦੇ ਦੌਰਾਨ ਜਸਟਿਨ ਟਰੂਡੋ ਨੇ ਵਾਅਦਾ ਕੀਤਾ ਸੀ ਕਿ ਉਹ ਇਹਨਾਂ ਮੁਸ਼ਕਲ ਸਮਿਆਂ ਦੇ ਵਿੱਚ ਕੈਨੇਡੀਅਨਸ ਦਾ ਸਾਥ ਦੇਣਗੇ ਤੇ ਅੱਜ ਉਹਨਾਂ ਨੇ ਆਪਣਾ ਵਾਅਦਾ ਤੋੜ ਦਿੱਤਾ ਹੈ। ਟਰੂਡੋ ਦੇ ਨਾਲ ਕੰਜ਼ਰਵੇਟਿਵ ਲੀਡਰ ਦੀ ਹੋਈ ਟੈਲੀਫੋਨਿਕ ਵਾਰਤਾ ਦੇ ਵੇਰਵੇ ਮੁਤਾਬਿਕ ਐਰਨ ਓਟੂਲ ਨੇ ਪ੍ਰਧਾਨ ਮੰਤਰੀ ਨੂੰ 20 ਨਵੰਬਰ ਤੱਕ ਕੈਨੇਡਾ ਰਿਕਵਰੀ ਬੈਨੀਫਿਟ ਬੰਦ ਕਰਨ ਦੇ ਲਈ ਆਖਿਆ ਸੀ। ਕੰਜ਼ਰਵੇਟਿਵ ਐਮਪੀ ਐਡ ਫਾਸਟ ਨੇ ਕਿਹਾ ਕਿ ਟਰੂਡੋ ਨੂੰ ਹੁਣ ਬੇਕਾਬੂ ਹੁੰਦੇ ਖਰਚਿਆਂ ਨੂੰ ਰੋਕ ਕੇ ਮੁਲਕ ਦਾ ਕਰਜ਼ਾ ਘਟਾਉਣ ਦੀ ਯੋਜਨਾ ਬਣਾਉਣੀ ਚਾਹੀਦੀ ਹੈ। ਬਲਾਕ ਲੀਡਰ ਫ੍ਰੈਂਸ਼ੂਆ ਬਲਾਂਸ਼ੇ ਨੇ ਕਿਹਾ ਕਿ ਉਹ ਕੈਨੇਡਾ ਰਿਕਵਰੀ ਬੈਨੀਫਿਟ ਨੂੰ ਜਾਰੀ ਰੱਖਣ ਦੇ ਹੱਕ ਵਿੱਚ ਨਹੀਂ ਸਨ ਕਿਉਂਕਿ ਇਸ ਦੇ ਨਾਲ ਕਾਮਿਆਂ ਦੀ ਘਾਟ ਪੈਦਾ ਹੋ ਰਹੀ ਹੈ। ਬਲਾਂਸ਼ੇ ਨੇ ਟੂਰਿਜ਼ਮ ਸੈਕਟਰਸ ਦੇ ਲਈ ਵਿਸ਼ੇਸ਼ ਸਰਕਾਰੀ ਮਦਦ ਨਾਲ ਸਹਿਮਤੀ ਪ੍ਰਗਟਾਈ ਹੈ ਤੇ ਕਿਹਾ ਅਸੀਂ ਨਹੀਂ ਚਾਹੁੰਦੇ ਕਿ ਲੋਕ ਆਪਣੀ ਮਹਾਰਤ ਵਾਲੇ ਪੇਸ਼ਿਆਂ ਵਿੱਚ ਗਵਾਉਣ ਅਤੇ ਕਿਸੇ ਸੈਕਟਰ ਦੇ ਵਿੱਚ ਜੌਬ ਕਰਨ। ਹੁਣ ਇਹ ਸਭ ਤੋਂ ਇਹੀ ਸਿੱਧ ਹੁੰਦਾ ਹੈ ਕਿ ਅਸੀਂ ਚੌਥੀ ਵੇਵ ਚੋਂ ਹੌਲੀ-ਹੌਲੀ ਬਾਹਰ ਨਿਕਲ ਰਹੇ ਹਾਂ, ਪਰ ਜਿਹੜੇ ਸੂਬਿਆਂ ਨੂੰ ਅਜੇ ਵੀ ਲੋੜ ਹੈ ਉਹਨਾਂ ਸੂਬਿਆਂ ਤੱਕ ਮਦਦ ਪਹੁੰਚਾਈ ਜਾ ਰਹੀ ਹੈ। ਉਹਨਾਂ ਆਖਿਆ ਕਿ ਸਿਰਫ ਲੋੜ ਦੇ ਹਿਸਾਬ ਦੇ ਨਾਲ ਹੀ ਮਦਦ ਮੁਹੱਈਆ ਕਰਵਾਈ ਜਾਵੇਗੀ, ਪਰ ਮਦਦ ਮੁਹੱਈਆ ਜ਼ਰੂਰ ਕਰਵਾਈ ਜਾਵੇਗੀ। ਹੁਣ ਉਹਦੇ ਲਈ ਜਾਂਚ ਵੀ ਹੋਏਗੀ ਕਿਉਂਕਿ ਪਿਛਲੇ ਸਮਿਆਂ ਦੇ ਵਿੱਚ ਅਸੀਂ ਦੇਖਿਆ ਕਿ ਜਿਵੇਂ-ਜਿਵੇਂ ਜਾਂਚ ਕੀਤੀ ਜਾ ਰਹੀ ਹੈ, ਜਿਵੇਂ-ਜਿਵੇਂ ਮਦਦ ਦਿੱਤੀ ਜਾ ਰਹੀ ਹੈ, ਉਸ ਹਿਸਾਬ ਦੇ ਨਾਲ
ਸਰਲ ਉਪਾਅ ਕੀਤੇ ਜਾ ਰਹੇ ਸਨ, ਕੁਝ ਜ਼ਿਆਦਾ ਪੁੱਛਗਿੱਛ ਨਹੀਂ ਸੀ ਕੀਤੀ ਜਾ ਰਹੀ। ਪਰ ਹੁਣ ਜੇ ਕਿਸੇ ਨੂੰ ਵੀ ਮਦਦ ਦੀ ਲੋੜ ਹੈ ਤਾਂ ਉਸ ਦੇ ਲਈ ਜਾਂਚ ਵੀ ਹੋਵੇਗੀ, ਸਬੂਤ ਵੀ ਦੇਣੇ ਪੈਣਗੇ ਤੇ ਨਾਲ ਵੈਕਸੀਨੇਸ਼ਨ ਦਾ ਪ੍ਰੂਫ ਵੀ ਹੋਣਾ ਚਾਹੀਦਾ। ਜੇ ਤੁਸੀਂ ਅੰਤਰਰਾਸ਼ਟਰੀ ਯਾਤਰਾ ਕਰਨੀ ਹੈ ਤਾਂ ਤੁਹਾਨੂੰ ਕੈਨੇਡੀਅਨ ਵੈਕਸੀਨੇਸ਼ਨ ਪਾਸਪੋਰਟ ਡਾਊਨਲੋਡ ਕਰਨਾ ਹੋਵੇਗਾ, ਆਪਣੀ ਇਨਫੋਰਮੇਸ਼ਨ ਭਰਨੀ ਹੋਵੇਗੀ। ਸੂਬੇ ਦੇ ਵਿੱਚ ਪਹਿਲਾਂ ਹੀ ਪਾਸਪੋਰਟ ਜਾਰੀ ਕੀਤੇ ਗਏ ਨੇ। ਹੁਣ ਜਿਹੜੇ ਬ੍ਰਿਟਿਸ਼ ਕੋਲੰਬੀਆ, ਅਲਬਰਟਾ ਆਦਿ ਸੂਬਿਆਂ ਦੇ ਵਿੱਚ ਰਹਿੰਦੇ ਆ ਉਹਨਾਂ ਦੇ ਲਈ ਅਜੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ। ਪਰ ਦੂਜੇ ਪਾਸੇ ਜਿਹੜੇ ਸਿੰਕ ਹੋ ਰਹੇ ਨੇ, ਜਿਹੜੇ ਨੈਸ਼ਨਲ ਵੈਕਸੀਨੇਸ਼ਨ ਦੇ ਨਾਲ ਸਿੰਕ ਹੋ ਰਹੇ ਨੇ, ਉਹ ਵੈਕਸੀਨੇਸ਼ਨ ਪਾਸਪੋਰਟ ਜਿਹੜੇ ਨੇ ਉਹਨਾਂ ਨੂੰ ਇੱਕ ਕੈਰੀ ਕਰਨਾ ਪਵੇਗਾ। ਹੁਣ ਅਜੇ ਵੀ ਕਨਫਿਊਜ਼ਨ ਬਣੀ ਹੋਈ ਹੈ ਕਿ 2 ਵੈਕਸੀਨੇਸ਼ਨ ਪਾਸਪੋਰਟ ਹੋਣਗੇ ਜਾਂ ਅਗਲੇ ਇੱਕ ਗ੍ਰੇਸ ਪੀਰੀਅਡ ਦੇ ਵਿੱਚ ਕੋਈ ਨਾ ਕੋਈ ਹੱਲ ਕੱਢ ਲਿਆ ਜਾਵੇਗਾ। ਪੂਰੀ ਜਾਣਕਾਰੀ ਅਸੀਂ ਤੁਹਾਡੇ ਤੱਕ ਇਸੇ ਤਰ੍ਹਾਂ ਪਹੁੰਚਾਉਂਦੇ ਰਵਾਂਗੇ। ਦੇਖਦੇ ਰਹੋ ਸਾਂਝਾ ਟੀਵੀ ਤੇ ਮੈਨੂੰ ਅਰਸ਼ਦੀਪ ਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ। Please subscribe our channel and press the bell icon ताकि कोई भी नवी अपडेट तुझे बिल्कुल भी मिस ना करो।